खेती कानूनां दी वापसी ते लगी संसद दी मोहर। लोक सभा तो बाद राज सभा दे विच भी बिना चर्चा बिल पास। हुण राष्ट्रपति दे दस्तखत बाकी। बिना चर्चा बिल पास करन ते भड़की कांग्रेस। राहुल बोले साबित होया कि चर्चा तो डरदी है सरकार। किसानां दे नाल जुड़े बाकी मुद्दिआं ते भी चाहुंदे सी चर्चा। ਸਿੰਘੂ ਬਾਰਡਰ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਮੰਥਨ ਜਾਰੀ। ਸੂਤਰਾਂ ਦੇ ਹਵਾਲੇ ਤੋਂ ਖਬਰ 4 ਦਸੰਬਰ ਦੀ ਥਾਂ ਕੱਲ ਹੀ ਹੋ ਸਕਦੀ ਹੈ ਸਿੱਖ ਕਿਸਾਨ ਮੋਰਚੇ ਦੀ ਬੈਠਕ। ਘਰ ਵਾਪਸੀ ਤੇ ਹੋ ਸਕਦਾ ਹੈ ਫੈਸਲਾ। ਹਰਜਿੰਦਰ ਸਿੰਘ ਧਾਮੀ ਬਣੇ ਐਸਜੀਪੀਸੀ ਦੇ ਨਵੇਂ ਪ੍ਰਧਾਨ। 122 ਵੋਟਾਂ ਦੇ ਨਾਲ ਕੀਤੀ ਜਿੱਤ ਦਰਜ। ਬੀਬੀ ਜਗੀਰ ਕੌਰ ਦੀ ਥਾਂ ਸਾਂਭਣਗੇ ਅਹੁਦਾ। ਐਸਜੀਪੀਸੀ ਦਾ ਪ੍ਰਧਾਨ ਬਦਲਣ ਸਾਰ ਜਗੀਰ ਕੌਰ ਨੂੰ ਮਿਲੀ ਟਿਕਟ। ਅਕਾਲੀ ਦਲ ਨੇ ਪੁਲਾਤ ਤੋਂ ਐਲਾਨਿਆ ਉਮੀਦਵਾਰ। ਵਿਕਰਮ ਮਜੀਠੀਆ ਦੇ ਮਜੀਠਾ ਤੋਂ ਚੋਣਾਂ ਲੜਨ ਦਾ ਵੀ ਕੀਤਾ ਐਲਾਨ। ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਤੇ ਸਿੱਧੂ ਨੇ ਕੇਜਰੀਵਾਲ ਨੂੰ ਘੇਰਿਆ। ਪੁੱਛਿਆ ਦਿੱਲੀ ਦੇ ਵਿੱਚ ਕਿੰਨੀਆਂ ਮਹਿਲਾਵਾਂ ਨੂੰ ਦਿੱਤੇ ਪੈਸੇ। ਕਿਹਾ ਮਹਿਲਾਵਾਂ ਦਾ ਵਿਕਾਸ ਉਹਨਾਂ ਮਜ਼ਬੂਤ ਕਰਨ ਦੇ ਨਾਲ ਹੁੰਦਾ ਹੈ, ਨਾ ਕਿ 1000 ਦਾ ਲੋਲੀਪੌਪ ਦੇਣ ਦੇ ਨਾਲ। ਸਕੂਲਾਂ ਦੀ ਲਿਸਟ ਜਾਰੀ ਨਾ ਕਰਨ ਤੇ ਸਿਸੋਦੀਆ ਦਾ ਪ੍ਰਗਟ ਤੇ ਤੰਜ। ਬੋਲੇ ਮੈਦਾਨ ਛੱਡ ਕੇ ਭੱਜੇ ਪੰਜਾਬ ਦੇ ਸਿੱਖਿਆ ਮੰਤਰੀ। ਮੁੱਖ ਮੰਤਰੀ ਚੰਨੀ ਨੂੰ ਲਿਸਟ ਜਾਰੀ ਕਰਨ ਦੇ ਲਈ ਕਿਹਾ। 2022 ਤੋਂ ਪਹਿਲਾਂ ਪੰਜਾਬ ਦੇ ਬਦਲ ਸਕਦੇ ਨੇ ਸਿਆਸੀ ਸਮੀਕਰਨ। ਮਨੋਹਰ ਲਾਲ ਨੂੰ ਮਿਲਣ ਤੋਂ ਬਾਅਦ ਕੈਪਟਨ ਨੇ ਕਿਹਾ ਬੀਜੇਪੀ ਹਾਈ ਕਮਾਨ ਦੇ ਨਾਲ ਵੀ ਕਰਾਂਗਾ ਮੁਲਾਕਾਤ। ਪਰਨੀਤ ਕੌਰ ਨੇ ਵੀ ਟਵਿੱਟਰ ਹੈਂਡਲ ਤੇ ਲਾਇਆ ਕੈਪਟਨ ਦਾ ਪੋਸਟਰ। ਲਿਖਿਆ ਕੈਪਟਨ ਫॉर 2022। ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਮਾਡਲ ਦੇ ਫੋਟੋਸ਼ੂਟ ਤੇ ਛਿੜਿਆ ਵਿਵਾਦ। ਸਿੱਖ ਭਾਈਚਾਰੇ ਨੇ ਜਤਾਇਆ ਸਖਤ ਇਤਰਾਜ਼। ਮਾਡਲ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਕੀਤੀਆਂ ਸਨ ਪੋਸਟ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਔਰ ਖਬਰਾਂ ਦੀ ਸ਼ੁਰੂਆਤ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਤੋਂ ਕਰਾਂਗੀ, ਕਿਉਂਕਿ ਲਗਾਤਾਰ ਇੰਤਜ਼ਾਰ ਸੀ ਕਿ ਆਖਿਰਕਾਰ ਕਦੋਂ ਖੇਤੀ ਕਾਨੂੰਨ ਵਾਪਸ ਹੋਣਗੇ ਤੇ ਐਲਾਨ ਤੋਂ ਬਾਅਦ ਇਸ ਦਿਨ ਦਾ ਇੰਤਜ਼ਾਰ ਸੀ। ਸੋ ਫਿਲਹਾਲ ਵੱਡੀ ਖਬਰ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਮੋਹਰ ਲੱਗ ਚੁੱਕੀ ਹੈ। ਸੰਸਦ ਦੀ ਮੋਹਰ ਲੱਗੀ ਹੈ। ਲੋਕ ਸਭਾ ਤੇ ਰਾਜ ਸਭਾ ਦੋਵੇਂ ਸਦਨਾਂ ਦੇ ਵਿੱਚ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਪਾਸ ਹੋ ਗਿਆ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਬਿੱਲ ਤੇ ਮੋਹਰ ਲੱਗ ਚੁੱਕੀ ਹੈ। ਬਿਨਾਂ ਚਰਚਾ ਦੇ ਹੀ ਦੋਵਾਂ ਸਦਨਾਂ ਦੇ ਵਿੱਚ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਰਿਪੀਲ ਬਿੱਲ 2021 ਨੂੰ ਪਾਸ ਕੀਤਾ ਗਿਆ। ਹੁਣ ਰਾਸ਼ਟਰਪਤੀ ਦੇ ਕੋਲ ਇਹ ਬਿੱਲ ਭੇਜਿਆ ਜਾਵੇਗਾ ਵਾਪਸੀ ਦਾ, ਔਰ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਕਾਨੂੰਨ ਰੱਦ ਹੋ ਜਾਣਗੇ, ਯਾਨੀ ਕਿ ਵਾਪਸੀ ਦੇ ਕਾਨੂੰਨ ਤੇ ਮੋਹਰ ਲੱਗ ਜਾਵੇਗੀ। ਉਸ ਤੋਂ ਬਾਅਦ ਤਿੰਨੇ ਖੇਤੀ ਕਾਨੂੰਨ ਜੋ ਪਿਛਲੇ ਸਾਲ ਜਿਹੜਾ ਉਹ ਜਦ ਹੋਏ ਸਨ ਸਾਹਮਣੇ ਔਰ ਉਸ ਤੋਂ ਬਾਅਦ ਪਾਸ ਕਰ ਦਿੱਤੇ ਗਏ ਸੀ, ਕਾਨੂੰਨ ਬਣਾ ਦਿੱਤੇ ਗਏ ਸੀ, ਸੋ ਹਾਲ ਹੀ ਦੇ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਸਿਰਫ ਤੇ ਸਿਰਫ ਬਾਕੀ ਹੈ ਤਾਂ ਰਾਸ਼ਟਰਪਤੀ ਦੀ ਮੋਹਰ ਬਾਕੀ ਹੈ। ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਇਹਨਾਂ ਕਾਨੂੰਨਾਂ ਨੂੰ ਲੈ ਕੇ ਤੇ ਫਿਲਹਾਲ ਇਸ ਤੇ ਮੋਹਰ ਲਾ ਦਿੱਤੀ ਗਈ ਹੈ, ਯਾਨੀ ਕਿ ਜਿਸ ਦਾ ਇੰਤਜ਼ਾਰ ਸੀ ਉਹ ਦਿਨ ਜਿਹੜਾ ਉਹ ਅੱਜ ਹੈ ਔਰ ਵੱਡਾ ਦਿਨ ਕਹਿ ਸਕਦੇ ਹਾਂ। ਔਰ ਰਾਸ਼ਟਰਪਤੀ ਦੀ ਮੋਹਰ ਤੋਂ ਬਾਕੀ ਹੁਣ ਜਿਹੜਾ ਉਹ ਕਾਨੂੰਨ ਰੱਦ ਹੋ ਜਾਣਗੇ, ਯਾਨੀ ਕਿ ਸਿਰਫ ਤੇ ਸਿਰਫ ਇੱਕੋ ਹੀ ਪੜਾਅ ਬਾਕੀ ਹੈ। ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਪਹਿਲੀ ਤਸਵੀਰ ਲੋਕ ਸਭਾ ਦੀ ਹੈ ਜਿੱਥੇ ਕਿ ਬਿੱਲ ਪਾਸ ਹੋਇਆ ਔਰ ਦੂਸਰੀ ਤਸਵੀਰ ਰਾਜ ਸਭਾ ਦੀ ਹੈ ਜਿੱਥੇ ਬਿੱਲ ਪੇਸ਼ ਕਰਨ ਤੋਂ ਬਾਅਦ ਪਾਸ ਹੋਇਆ। ਹਾਲਾਂਕਿ ਦੋਵਾਂ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ। ਮੰਗ ਕੀਤੀ ਜਾ ਰਹੀ ਸੀ ਕਿ ਚਰਚਾ ਹੋਵੇ, ਚਰਚਾ ਤੋਂ ਬਾਅਦ ਹੀ ਇਹਨਾਂ ਬਿੱਲਾਂ ਨੂੰ ਪਾਸ ਕੀਤਾ ਜਾਵੇ। ਪਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਅਜਿਹੀ ਸਾਹਮਣੇ ਆਈ ਕਿ ਕੁਝ ਹੀ ਮਿੰਟਾਂ ਦੇ ਵਿੱਚ ਬਿੱਲ ਪੇਸ਼ ਹੋਣ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਤੇ ਦੋ ਤਸਵੀਰਾਂ ਲੋਕ ਸਭਾ ਤੇ ਰਾਜ ਸਭਾ। ਸੋ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਜ਼ਰੂਰੀ ਸਨ ਬਿੱਲ ਔਰ ਖੇਤੀ ਕਾਨੂੰਨ ਵਾਪਸੀ ਨੂੰ ਲੈ ਕੇ ਗ੍ਰਾਫਿਕਸ ਤੁਸੀਂ ਵੇਖ ਸਕਦੇ ਹੋ। ਪਹਿਲੀ ਤਸਵੀਰ ਲੋਕ ਸਭਾ ਦੇ ਵਿੱਚ ਪਾਸ ਹੋਇਆ, ਰਾਜ ਸਭਾ ਦੇ ਵਿੱਚ ਪਾਸ ਹੋਇਆ ਤੇ ਤੀਸਰੀ ਰਾਸ਼ਟਰਪਤੀ ਦੀ ਮੋਹਰ ਹਾਲੇ ਬਾਕੀ ਹੈ, ਅਜੇ ਬਾਕੀ ਹੈ, ਯਾਨੀ ਕਿ ਸਿਰਫ ਤੇ ਸਿਰਫ ਰਾਸ਼ਟਰਪਤੀ ਦੀ ਮੋਹਰ ਬਾਕੀ ਹੈ। ਉਸ ਤੋਂ ਬਾਅਦ ਕਾਨੂੰਨ ਵਾਪਸੀ ਦਾ ਬਿੱਲ ਜਿਹੜਾ ਹੈ
ਉਹ ਪੂਰਨ ਤੌਰ ਤੇ ਪਾਸ ਹੋ ਜਾਏਗਾ, ਯਾਨੀ ਕਿ ਕਾਨੂੰਨ ਦੀ ਸ਼ਕਲ ਦੇ ਵਿੱਚ ਆ ਜਾਏਗਾ ਰਿਪੀਲ ਬਿੱਲ 2021 ਅਤੇ ਉਸ ਤੋਂ ਬਾਅਦ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਹੋ ਜਾਣਗੇ, ਜਿਨ੍ਹਾਂ ਨੂੰ ਲੈ ਕੇ ਲਗਾਤਾਰ ਰੇੜਕਾ ਜਿਹੜਾ ਉਹ ਬਰਕਰਾਰ ਸੀ। ਔਰ ਹਾਲ ਹੀ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਇਸ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਕਿ ਠੀਕ ਹੈ, ਸਰਕਾਰ ਦੇ ਵੱਲੋਂ ਜੋ ਬੇਸ਼ੱਕ ਲੇਟ ਫੈਸਲਾ लिया गया पर दुरुस्त लिया गया। बात करेगी वहीं बात कर लेंगे बैठ के। ठीक है साहब, अखिलेश यादव ने बोला है कि हमारी सरकार आएगी तो जिन किसानों की डेथ हुई है 25 लाख रुपए दिए जाएंगे उनको। अखिलेश यादव ने बोला अगर हमारी सरकार आएगी तो जिन किसानों की डेथ हुई है उनको 25-25 लाख रुपए दिए। हाँ नहीं चलो ठीक है, उन्होंने घोषणा करी और चुनाव जीतने पे। हाँ तो ठीक है, कम से कम घोषणा तो करी चुनाव जीतने पे। एक और सवाल है, सुबह भी ये पूछा था कि विपक्षी पार्टियां चाहती हैं कि प्रोटेस्ट चले पॉलिटिकल रीजन से। आपके खुद किसान नेता कुछ हैं जो कि चुनाव में दिलचस्पी दिखा रहे हैं, उस तरह के बयान है, क्या यही कारण है कि इस पूरे प्रोटेस्ट को खींचा जाएगा? ना खींच नहीं रहे, हमारे मसले हैं, इसको खींच नहीं रहे। देखो पॉलिटिकल पार्टी आंदोलन को चलवा रही है, देखो कहाँ है पॉलिटिकल पार्टी, उनके कहने से आंदोलन चले। लेकिन वो कंधा तो यूज करना चाह रहे हैं आंदोलन का। अरे कंधा यूज हुआ करेगा आंदोलन का। चले जाएंगे भाई, चले जाएंगे, जिसको जाना है वो जा सकता है। ये एमएसपी के बगैर नहीं जाएगा किसान। क्या उनके जाने से आंदोलन कमजोर पड़ेगा? कोई नहीं जा रहा, कोई नहीं जा रहा। क्या जैसे कानून हाँ होन दो वहाँ बैठे जैसे आपने कृषि कानूनों के लिए देशव्यापी आंदोलन किया, ऐसे क्या एमएसपी के लिए? हाँ करेंगे, पूरे देश में भी आप आंदोलन करेंगे। सर सुनने में आगे का अन्य देशों में भी आंदोलन होगा? हाँ अन्य देशों में भी होगा आंदोलन, हाँ बाहरी देशों में भी होगा, वहाँ पे भी करेंगे। ठीक है, शुक्रिया। अच्छा किसे किसे चुनाव लड़ना, जरा पेपर के लोग अपना एजेंडा बताओ। प्रेस के लोग भी चुनाव लड़ेंगे, अब की बार उनको भी चुनाव लड़वाओगे, सिफारिश करेंगे भाई हम। ਸੋ ਰਾਕੇਸ਼ ਟਕੈਤ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ। ਸੋ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਠੀਕ ਹੈ ਅਜੇ ਕੋਈ ਨਹੀਂ ਜਾ ਰਿਹਾ, ਤੇ ਜੇਕਰ ਕਿਸੇ ਨੇ ਜਾਣਾ ਤਾਂ ਜਾ ਸਕਦਾ ਹੈ। ਪਰ ਜਦੋਂ ਸਵਾਲ ਇਹ ਕੀਤਾ ਗਿਆ ਕਿ ਉਹਨਾਂ ਦੇ ਜਾਣ ਦੇ ਨਾਲ ਕੀ ਤੁਹਾਨੂੰ ਫਰਕ ਪਏਗਾ, ਤਾਂ ਉਹਨਾਂ ਕਿਹਾ ਕਿ ਨਹੀਂ ਅਜੇ ਕੋਈ ਨਹੀਂ ਜਾ ਰਿਹਾ। ਯਾਨੀ ਕਿ ਜੋ ਜਾਣਕਾਰੀ ਆ ਰਹੀ ਹੈ, ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਕੁਝ ਕਿਸਾਨ ਆਗੂ ਵਾਪਸੀ ਦੇ ਹੱਕ ਦੇ ਵਿੱਚ ਨੇ। ਰਾਜ ਸਭਾ ਦੇ ਵਿੱਚ ਵਾਪਸੀ ਬਿੱਲ ਪੇਸ਼ ਕਰਦੇ ਸਮੇਂ ਹੰਗਾਮਾ ਵੀ ਹੋਇਆ ਹੈ। ਕਾਂਗਰਸ ਨੇ ਬਿੱਲ ਤੇ ਚਰਚਾ ਨਾ ਕਰਾਉਣ ਦਾ ਵਿਰੋਧ ਵੀ ਕੀਤਾ, ਜਿਸ ਤੇ ਖੇਤੀ ਮੰਤਰੀ तोमर ने जवाब दिया। किसान संगठन सभी लोगों ने विरोध किया और उन्होंने कहा ये बिल किसानों के हित में नहीं है और किसानों के विरोध में है, इससे किसानों को कोई फायदा नहीं होगा, इसलिए इस बिल को आप वापस लीजिए। ऐसा 1 साल 3 महीने से ये एजिटेशन चल रहा था, फिर भी सरकार नहीं मानी। आखिरी में ऐसा एक वक्त आया कि जब सारे देश में एक माहौल बन गया इस कानून के खिलाफ और उसका रिजल्ट थोड़ा सा बाई इलेक्शन में भी उधर इधर महसूस हुआ। और प्लीज वाइंड अप। नहीं, एक मिनट 2 मिनट। तो उसके बाद में 5 स्टेट में चुनाव है, इसका परिणाम भी वो पहले से सोच चुके कि ये बाई इलेक्शन में ऐसा परिणाम है तो फिर 5 स्टेट में इसका परिणाम क्या होगा। तब उनको आया नहीं आपको सर 700 लोग बॉर्डर पे मर चुके हैं। प्लीज सरकार किसानों की भलाई के लिए लाई थी, लेकिन हम सब लोगों को इस बात का दुख है कि कई बार प्रयत्न करने के बावजूद भी और जो कांग्रेस पार्टी के लोग अपने घोषणा पत्र में रखने के बाद भी उस पर दोहरा रुख अपनाते रहे। हम किसान की बात ही रिकॉर्ड पे जा रही है, उनको संक्षेप में मान हुए, इसलिए प्रधानमंत्री जी ने ऐतिहासिक बड़प्पन का परिचय दिया और गुरु नानक देव जी के पावन प्रकाश पर्व पर उन्होंने इनको वापस लेने की घोषणा की। यह प्रधानमंत्री जी की कथनी और करनी की एक रूपता का परिचायक है कि रिपील करने के लिए हम यहाँ आए हुए हैं। सत्ता पक्ष भी तैयार है और अपोजिशन भी मांग करता रहा है, इसलिए इस पर
कोई भी विषय आगे बढ़ाने की जरूरत नहीं है, चर्चा की जरूरत नहीं है। मैं समझता हूँ ਸੋ ਇਹ ਤਾਂ ਸੀ ਰਾਜ ਸਭਾ ਦੇ ਵਿੱਚ ਜੋ ਚਰਚਾ ਹੋਈ, ਜੋ ਕਾਰਵਾਈ ਹੋਈ। ਉਧਰ ਕਾਨੂੰਨ ਰਿਪੀਲ ਹੋਣ ਤੇ ਕਿਸਾਨਾਂ ਦੇ ਪੰਜਾਬ ਦੇ ਲੀਡਰਾਂ ਦੇ ਕੀ ਰਿਐਕਸ਼ਨ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। संयुक्त मोर्चे ने पहले दिन से एमएसपी को अपनी प्रमुख मांग में रखा है। मैं आपको फिर याद दिला दूं, एमएसपी की मांग हमने आज नहीं जोड़ी है, दिल्ली आने के बाद नहीं जोड़ी है। 14 अक्टूबर को जब पंजाब के संगठनों ने 14 अक्टूबर पिछले साल जब पंजाब के संगठनों ने पहला मेमोरेंडम दिया था, तब उसमें एमएसपी के 3 पॉइंट जोड़े गए थे। एमएसपी की मांग थी, है और रहेगी। सबसे पहले तो हम उन शहीदों को जिन्होंने इन कानूनों को रद्द करवाने के लिए अपनी कुर्बानियां दी और जो लगातार सड़कों में बैठे रहे, उनका धन्यवाद करना चाहेंगे कि आज आपकी मेहनत रंग लाई है। और उसके बाद हम सेंट्रल सरकार से, स्टेट सरकारों से ये सुझाव देना चाहेंगे कि उन्होंने 3 कानून वापस ले लिए हैं और उसके साथ ही हमारा जो अगली मांग थी एमएसपी की गारंटी की, जो उसके पैरेलल मांग थी, उस पे अभी तक उन्होंने कोई विचार नहीं किया है। हालांकि कमेटी बनाने की बातें आ रही हैं, लेकिन उससे संतुष्टि इसलिए नहीं होती कि ना तो उसको कोई पारदर्शी बात नहीं कर रहे कि कौन कमेटी में लोग होंगे, कितने दिन में रिपोर्ट देंगे, किस किस पॉइंट पे वो अपनी रिपोर्ट देंगे, और उसके अगला जो आंदोलन के दौरान जो कि मुकदमे दर्ज हुए। But the agitation now, everything is over. The 3 bills have been passed by Parliament. The other issues which they raised, the farmers raised 6 or 7 issues. That Government of India has agreed to give it. So there's no issue left. कोई issue नहीं. Any political development? No political developments. I had a very nice cup of coffee with the Chief Minister. बिल्कुल एमएसपी होनी चाहिए ना। अगर मुझे यही नहीं पता कि मेरी फसल बिकेगी या नहीं बिकेगी, मैं क्यों उगाऊंगा उस फसल को। तो धान और गेहूं पर एमएसपी मिलती है पंजाब हरियाणा में, ठीक है ना, तो वही फसल उगाते हैं वो। हम मक्का भी उगा सकते हैं, पंजाब की धरती इतनी फर्टाइल है, उपजाऊ है। हम बाजरा बीज सकते हैं, हम सूरजमुखी उगा सकते हैं, सब्जियां उगा सकते हैं, दालें उगा सकते हैं, लेकिन बेचेंगे कहाँ उनको? तो एमएसपी गारंटी होनी चाहिए। ਦੇਖੋ, ਅਸੀਂ ਇਸ ਘਟਨਾਕ੍ਰਮ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਅਸੀਂ ਕਾਨੂੰਨਾਂ ਦਾ ਸਮਰਥਨ ਹੀ ਕਰਨਾ ਸੀ, ਲੇਕਿਨ ਅਸੀਂ ਕਿਸਾਨੀ ਮੁੱਦੇ ਤੇ ਬਹੁਤ ਸਾਰੇ ਹੋਰ ਇਸ਼ੂਜ਼ ਨੇ। ਫਾਰ ਐਗਜ਼ਾਮਪਲ ਐਮਐਸਪੀ ਦਾ ਮੁੱਦਾ ਹੈਗਾ, ਜਿਹੜੇ 700-800 ਕਿਸਾਨ ਸ਼ਹੀਦ ਹੋਇਆ ਉਹਨਾਂ ਦੀ ਕੰਪਨਸੇਸ਼ਨ ਦਾ ਮੁੱਦਾ, 35,000 FIR ਹੋਇਆ ਉਹ ਮੁੱਦਾ ਹੈਗਾ। ਫਿਰ ਜਿਹੜਾ ਲਖੀਮਪੁਰ ਖੇਰੀ ਜਿਹੜਾ ਇੰਸੀਡੈਂਸ ਹੋਇਆ, ਮੰਤਰੀ ਜੀ ਦੇ ਲੜਕੇ ਨੇ ਬਿਲਕੁਲ ਉੱਤੇ ਚੱਲਦਿਆਂ ਬੰਦੇ ਤੇ ਗੱਡੀ ਚੜਾਤੀ ਔਰ ਉਹਨਾਂ ਦਾ ਕਤਲ ਕੀਤਾ ਔਰ ਅਜੇ ਤੱਕ ਜ਼ਮਾਨਤ ਨਹੀਂ ਹੋਈ, ਉਹ ਮੁੱਦਾ। ਬਹੁਤ ਸਾਰੇ ਇਸ਼ੂ ਸੀ। ਇਹਨਾਂ ਬਿੱਲਾਂ ਦਾ ਤਾਂ ਅਸੀਂ ਸਮਰਥਨ ਹੀ ਕਰਨਾ ਸੀ, ਲੇਕਿਨ ਅਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ। ਅਨਫੋਰਚੂਨੇਟਲੀ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੀ, ਕਿਉਂਕਿ ਮੈਜੋਰਿਟੀ ਆ, ਉਹ ਚਾਹੁੰਦੇ ਨਹੀਂ ਸੀ ਕਿ ਅਸੀਂ ਕੋਈ ਵੀ ਅਨਕੰਫਰਟੇਬਲ ਗੱਲ ਪਾਰਲੀਮੈਂਟ ਦੇ ਫਲੋਰ ਤੇ ਰੱਖੀਏ ਜਿਹਦਾ ਪ੍ਰਚਾਰ ਹੋਵੇ, ਸਾਰੇ ਹਿੰਦੁਸਤਾਨ ਚੋਂ ਗੱਲ ਚ ਆਵੇ। ਉਹ ਚਾਹੁੰਦੇ ਨਹੀਂ ਸੀ, ਇਸ ਕਰਕੇ ਉਹਨਾਂ ਨੇ ਬਿਲਕੁਲ 1 ਮਿੰਟ ਜਿਵੇਂ ਕਰਦੇ ਹੁੰਦੇ, ਜਿਵੇਂ ਆਰਡੀਨੈਂਸ ਕੀਤੇ ਸੀ ਔਰ ਬਿੱਲ ਪਾਸ ਕੀਤੇ ਸੀ, ਉਵੇਂ ਹੀ ਇਹ ਕਰਤਾ। ਮੈਂ ਤੇ ਪੁੱਛਣਾ ਚਾਹਨਾ, ਪੰਜਾਬ ਦੀ ਓਪੋਜੀਸ਼ਨ ਪਾਰਟੀ ਹੈ ਅਕਾਲੀ ਦਲ, ਕਿੱਥੇ ਨੇ ਸੁਖਬੀਰ ਬਾਦਲ ਜੀ? ਅੱਜ ਹਾਊਸ ਚ ਕਿਉਂ ਨਹੀਂ? ਬੀਬੀ ਹਰਸਿਮਰਤ ਕੌਰ ਬਾਦਲ ਹਾਊਸ ਚ ਕਿਉਂ ਨਹੀਂ? ਗੱਲਾਂ ਕਰਨੀਆਂ ਆਸਾਨ ਨੇ। ਅੱਜ ਕਈ ਕਾਂਗਰਸ MP ਹਾਊਸ ਚ ਨਹੀਂ ਹੈਗੇ। ਬਿੱਲ ਅਸੀਂ ਸਮਝਾਉਣ ਚ ਕਿਤੇ ਨਾ ਕਿਤੇ ਸਾਡੀ ਕਮੀ ਰਹੀ ਹੈ, ਲੇਕਿਨ ਬਿੱਲ ਬਹੁਤ ਅੱਛੇ ਸਨ। ਠੀਕ ਹੈ, ਪ੍ਰਧਾਨ ਮੰਤਰੀ ਜੀ ਨੇ निर्णय लिता है और निर्णय तो बाद उन्होंने एक आज बिल वापस लिते है। संसद के दोनों सदनों लोक सभा भी और राज सभा भी 3 कानूनों को वापस लैन का जो प्रस्ताव है, बिल है, वो पारित हो गया है। और जी लंबे समय तो एक मंग खास करके साडे पंजाब के किसान वीर कर रहे थे, हरियाणे के किसान वीर कर रहे थे कि 3 खेती कानून रद्द किए जान। वो खेती कानून केंद्र सरकार ने और संसद ने रद्द कर दिते हैं। हुण वो राष्ट्रपति जी को जाएंगे और उन्होंने साइन तो बाद फाइनल मोहर देते लग जाएगी। मैं समझदा कि ये बाद हुण ये अंदोलन खत्म हो जाना चाहिए। इस अंदोलन की जित है और जिहड़े जथेबंदियां ने जिहड़े इस अंदोलन नूं लीड कर रहे सी
ਉਹਨਾਂ ਨੂੰ ਵੀ ਮੇਰਾ ਇਹ ਨਿਵੇਦਨ ਹੈ ਕਿ ਉਹ ਇਸ ਨੂੰ ਆਪਣੀ ਜਿੱਤ ਸਮਝਣ। ਵਾਕਈ ਜਿੱਤ ਹੋਈ ਹੈ। इसी तरह ਦੇ ਨਾਲ ਚੱਲਦੀ ਰਹਿਣਗੇ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ।